ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬਹੁਤ ਉਦਾਸ ਸੀ। ਮੇਰੇ ਪਤੀ ਮਨਵੀਰ ਦਾ ਅਮਰੀਕਾ ਦਾ ਵੀਜ਼ਾ ਲੱਗ ਚੁੱਕਿਆ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਮਨਵੀਰ ਤੋਂ ਬਿਨਾਂ ਕਿਵੇਂ ਰਹਾਂਗੀ। ਸਾਡਾ ਇੱਕ ਸਾਂਝਾ ਪਰਿਵਾਰ ਸੀ। ਘਰ ਵਿੱਚ ਹਮੇਸ਼ਾ ਸ਼ੋਰ ਸ਼ਰਾਬਾ ਰਹਿੰਦਾ ਸੀ। ਮੇਰਾ ਸਹੁਰਾ ਤੇ ਸੱਸ ਵੀ ਸਖਤ ਮਿਜ਼ਾਜ ਦੇ ਸਨ। ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ। ਮੈਂ ਇੱਕ ਨੰਬਰ ਦੀ ਡਰਪੋਕ ਸੀ। ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਬਸ 10ਵੀਂ ਕਲਾਸ ਤੱਕ ਹੀ ਪੜ੍ਹੀ ਸੀ। ਮਾਤਾ ਪਿਤਾ ਦੀ ਮੌਤ ਹੋਣ ਕਾਰਨ ਮੇਰੀ ਮਾਸੀ ਨੇ ਮੈਨੂੰ ਪਾਲਿਆ ਸੀ। ਮੇਰੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਸੀ। ਜਦੋਂ ਮਨਵੀਰ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਮਾਸੀ ਨੇ ਝੱਟ ਹਾਂ ਕਰ ਦਿੱਤੀ। ਇਹ ਵੀ ਨਹੀਂ ਸੀ ਦੇਖਿਆ ਪਰਿਵਾਰ ਕਿਸ ਤਰ੍ਹਾਂ ਦਾ ਹੈ। ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ। ਘਰ ਵੀ ਬਹੁਤ ਛੋਟਾ ਸੀ। ਘਰ ਵਿੱਚ ਜਦੋਂ ਵੀ ਖਾਣਾ ਬਣਦਾ ਉਹ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਹਿਲਾਂ ਕਦੇ ਖਾਧਾ ਹੀ ਨਾ ਹੋਵੇ। ਮੈਨੂੰ ਤਾਂ ਕਦੇ ਪੇਟ ਭਰ ਖਾਣਾ ਮਿਲਿਆ ਹੀ ਨਹੀਂ। ਤਾਨੇ ਬਥੇਰੇ ਮਿਲ ਜਾਂਦੇ ਸੀ ਸੁਣਨ ਨੂੰ। ਮਨਵੀਰ 2 ਸਾਲ ਬੇਰੁਜ਼ਗਾਰ ਸੀ। ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਮਿਲਿਆ ਸੀ। ਸਾਡਾ ਇੱਕ ਬੇਟਾ ਵੀ ਸੀ, ਵੀਰ। ਜਦੋਂ ਵੀਜ਼ਾ ਆਇਆ ਤਾਂ ਮੇਰੇ ਪਤੀ ਮੈਨੂੰ ਤਸੱਲੀ ਦਿੰਦੇ ਕਹਿਣ ਲੱਗੇ ਕਿ ਮੈਂ ਬਹੁਤ ਮਿਹਨਤ ਕਰਾਂਗਾ, ਆਪਣੇ ਸਾਰੇ ਸੁਪਨੇ ਪੂਰੇ ਕਰਾਂਗਾ, ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗਾ। ਜਦੋਂ ਮੇਰੇ ਪਤੀ ਮੈਨੂੰ ਇਹ ਗੱਲਾਂ ਕਹਿ ਰਹੇ ਸਨ ਤਾਂ ਮੇਰੀ ਸੱਸ ਤੇ ਨਨਾਣ ਨੇ ਸਾਰੀਆਂ ਗੱਲਾਂ ਸੁਣ ਲਈਆਂ। ਤਾਂ ਮੇਰੀ ਸੱਸ ਕਹਿਣ ਲੱਗੀ, ਤੈਨੂੰ ਪਾਲ ਪੋਸ ਕੇ ਅਸੀਂ ਵੱਡਾ ਕੀਤਾ ਤੇ ਸੁਪਨੇ ਤੂੰ ਆਪਣੀ ਪਤਨੀ ਦੇ ਪੂਰੇ ਕਰੇਂਗਾ। ਮਨਵੀਰ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦੇ ਰਹੇ। ਮੇਰੀ ਵੀ ਹਿੰਮਤ ਨਾ ਪਈ ਕੁਝ ਬੋਲਣ ਦੀ। ਫਿਰ ਮਨਵੀਰ ਚਲੇ ਗਏ। ਮੇਰੀ ਜ਼ਿੰਦਗੀ ਵਿੱਚ ਸਨਾਟਾ ਛਾ ਗਿਆ। ਪਰ ਸਿਰਫ ਮੇਰੇ ਦਿਲ ਵਿੱਚ ਘਰ ਦਾ ਤਾਂ ਉਹੀ ਹਾਲ ਸੀ। ਬਸ ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸਨ। ਮੇਰੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਸਨ। ਸਭ ਤੋਂ ਵੱਡੀ ਗੱਲ ਸੀ ਕਿ ਮੇਰੇ ਪਤੀ ਮਨਵੀਰ ਦੀ ਕੋਈ ਵੀ ਖਬਰ ਨਹੀਂ ਸੀ। ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਹੋ ਪਾ ਰਹੀ ਸੀ। ਮੇਰੇ ਕੋਲ ਜੋ ਕਮਰਾ, ਉਸ ਵਿੱਚੋਂ ਵੀ ਮੈਨੂੰ ਬਾਹਰ ਕੱਢ ਦਿੱਤਾ ਗਿਆ। ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ। ਮੈਂ ਕਿਹਾ ਵੀ ਕਿ ਆਪਣੀ ਸੱਸ ਨੂੰ ਕਿ ਬੱਚੇ ਨਾਲ ਮੈਂ ਕਿੱਥੇ ਰਹਾਂਗੀ, ਤਾਂ ਉਹ ਕਹਿਣ ਲੱਗੀ ਕਿ ਵਰਾਂਡੇ ਵਿੱਚ ਬਥੇਰੀ ਜਗ੍ਹਾ ਹੈ। ਮੇਰੀ ਸੱਸ ਨੇ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ। ਮੈਂ ਕੀ ਕਰਦੀ, ਮੇਰੇ ਪਤੀ ਦੀ ਵੀ ਕੋਈ ਖਬਰ ਨਹੀਂ ਸੀ। ਮੈਂ ਚੁੱਪ ਕਰਕੇ ਆਪਣਾ ਬਿਸਤਰਾ ਵਰਾਂਡੇ ਵਿੱਚ ਵਿਛਾ ਲਿਆ। ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ, ਇਸ ਲਈ ਆਪਣੇ ਛੋਟੇ-ਮੋਟੇ ਖਰਚੇ ਖੁਦ ਉਠਾ ਲੈਂਦੀ ਸੀ। ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਨੇ ਸੁਣਨੇ ਪੈਂਦੇ। ਮੇਰੀ ਮਾਸੀ ਜਿਸ ਨੇ ਮੈਨੂੰ ਪਾਲਿਆ ਸੀ ਉਸ ਦੀ ਵੀ ਮੌਤ ਹੋ ਚੁੱਕੀ ਸੀ। ਮੇਰੇ ਕੋਲ ਕੋਈ ਦੂਜਾ ਰਸਤਾ ਵੀ ਨਹੀਂ ਸੀ। ਘਰ ਵਿੱਚ ਸਭ ਦਾ ਖਾਣਾ ਮੈਂ ਹੀ ਬਣਾਉਂਦੀ ਸੀ। ਬਾਕੀ ਸਭ ਤਾਂ ਆਰਾਮ ਕਰਦੇ। ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ। ਤਾਂ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਮੇਰੇ ਇੰਨਾ ਕੁ ਬੋਲਣ 'ਤੇ ਮੇਰੀ ਸੱਸ ਨੇ ਮੇਰੇ ਮੂੰਹ 'ਤੇ ਥੱਪੜ ਜੜ ਦਿੱਤਾ। ਮੈਂ ਤਾਂ ਸਭ ਦੀਆਂ ਵਿੱਚ ਪਹਿਲਾਂ ਹੀ ਖਟਕਦੀ ਸੀ। ਹੁਣ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਸੀ ਮੇਰੇ ਤੋਂ ਛੁਟਕਾਰਾ ਪਾਉਣ ਦਾ। ਉਹਨਾਂ ਸਭ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ 3 ਸਾਲ ਦੇ ਬੇਟੇ ਨੂੰ ਗੋਦ ਚੁੱਕ ਕੇ ਹੈਰਾਨ ਪਰੇਸ਼ਾਨ ਹੋ ਕੇ ਖੜੀ ਸੀ। ਉਹ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਸੀ? ਮੇਰਾ ਨਹੀਂ ਤਾਂ ਘੱਟੋ ਘੱਟ ਬੱਚੇ ਦਾ ਹੀ ਖਿਆਲ ਕਰ ਲੈਂਦੇ। ਇਹ ਤਾਂ ਉਹਨਾਂ ਦਾ ਆਪਣਾ ਖੂਨ ਸੀ। ਮੈਂ ਰਿਕਸ਼ੇ ਵਿੱਚ ਬੈਠ ਕੇ ਬੱਸ ਅੱਡੇ ਪਹੁੰਚ ਗਈ। ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਬੜਾ ਠੰਡਾ ਸਵਾਗਤ ਕੀਤਾ। ਮੈਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਤਰ੍ਹਾਂ ਕਿਸੇ ਦਾ ਘਰ ਆਉਣਾ ਪਸੰਦ ਨਹੀਂ ਆ। ਇਸ ਲਈ ਤੂੰ ਰਾਤ ਕੱਟ ਕੇ ਸਵੇਰੇ ਚਲੀ ਜਾਵੀਂ। ਮੈਂ ਕਿਸੇ ਤਰ੍ਹਾਂ ਉੱਥੇ ਵਰਾਂਡੇ ਵਿੱਚ ਠੰਡ ਵਿੱਚ ਰਾਤ ਕੱਟੀ। ਮੈਂ ਸਵੇਰੇ ਉੱਥੋਂ ਚਲੀ ਆਈ। ਰਸਤੇ ਵਿੱਚੋਂ ਆਪਣੇ ਬੱਚੇ ਲਈ ਬਿਸਕੁਟ ਤੇ ਕੁਝ ਹੋਰ ਖਾਣ ਪੀਣ ਦਾ ਸਮਾਨ ਲਿਆ। ਫਿਰ ਮੈਨੂੰ ਆਪਣੀ ਇੱਕ ਜਾਣ ਪਹਿਚਾਣ ਦੀ ਦੀਦੀ ਦਾ ਖਿਆਲ ਆਇਆ ਜੋ ਕਿ ਉਸੇ ਸ਼ਹਿਰ ਵਿੱਚ ਰਹਿੰਦੀ ਸੀ। ਮੈਂ ਦੀਦੀ ਦੇ ਘਰ ਪਹੁੰਚੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਮੈਨੂੰ ਕਹਿਣ ਲੱਗੀ, ਪਰੇਸ਼ਾਨ ਨਾ ਹੋ, ਇੱਥੇ ਇੱਕ ਮਕਾਨ ਖਾਲੀ ਆ, ਉਸ ਨੂੰ ਕਿਰਾਏ 'ਤੇ ਲੈ ਲੈਂਦੇ ਆ। ਮੇਰੇ ਕੋਲ ਸਿਲਾਈ ਵਾਲੇ ਕੁਝ ਪੈਸੇ ਸਨ। ਇਸ ਤਰ੍ਹਾਂ ਮੇਰੀ ਇੱਕ ਮੁਸ਼ਕਿਲ ਤਾਂ ਹੱਲ ਹੋ ਗਈ। ਚੰਗੀ ਗੱਲ ਇਹ ਸੀ ਕਿ ਉੱਥੇ ਨੇੜੇ ਹੀ ਇੱਕ ਕੱਪੜਿਆਂ ਦਾ ਕਾਰਖਾਨਾ ਸੀ। ਦੀਦੀ ਕਹਿਣ ਲੱਗੀ, ਮੈਂ ਕੋਸ਼ਿਸ਼ ਕਰਾਂਗੀ ਜੇ ਤੈਨੂੰ ਕੋਈ ਕੰਮ ਮਿਲ ਜਾਵੇ। ਫਿਰ ਮੈਂ ਦੀਦੀ ਨਾਲ ਮਕਾਨ ਦੇਖਣ ਗਈ। ਮਕਾਨ ਮਾਲਿਕ ਥੋੜ੍ਹਾ ਸਖਤ ਮਿਜਾਜ ਦਾ ਸੀ। ਮਕਾਨ ਵੀ ਥੋੜ੍ਹਾ ਜਿਹਾ ਛੋਟਾ ਸੀ।
ਪਰ ਮੈਨੂੰ ਕਿਸੇ ਮੈਲ ਤੋਂ ਘੱਟ ਨਹੀਂ ਸੀ ਲੱਗ ਰਿਹਾ। ਮੈਂ 1 ਮਹੀਨੇ ਦਾ ਕਿਰਾਇਆ ਐਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਲਈ। ਹੌਲੀ-ਹੌਲੀ ਦਿਨ ਗੁਜ਼ਰਦੇ ਗਏ। ਮੈਨੂੰ ਕਾਰਖਾਨੇ ਵਿੱਚ ਸਿਲਾਈ ਦਾ ਕੰਮ ਮਿਲ ਗਿਆ। ਕੰਮ ਕਰਕੇ ਮੇਰਾ ਬੁਰਾ ਹਾਲ ਹੋ ਜਾਂਦਾ, ਪਰ ਜਦੋਂ ਪੈਸੇ ਮਿਲਦੇ ਸਾਰੀ ਥਕਾਨ ਦੂਰ ਹੋ ਜਾਂਦੀ। ਜਦੋਂ ਕੋਈ ਸ਼ਰੀਫ ਔਰਤ ਇਕੱਲੀ ਹੋਵੇ ਤਾਂ ਉਸ ਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਹੈ। ਮੈਂ ਆਮ ਗੁਆਂਢ ਵਿੱਚ ਵੀ ਡਰਦੀ ਨਹੀਂ ਸੀ ਜਾਂਦੀ, ਕਿਉਂਕਿ ਹਰ ਘਰ ਵਿੱਚ ਮਰਦ ਵੀ ਸਨ। ਹੁਣ ਖਾਣ ਪੀਣ ਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ, ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਸੀ, ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਸੀ ਚੱਲ ਰਿਹਾ। ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਮੈਂ ਸਸੁਰਾਲ ਵਾਲਿਆਂ ਨੂੰ ਪਤੀ ਬਾਰੇ ਖਬਰ ਲੈਣ ਲਈ ਵੀ ਫੋਨ ਕਰਦੀ, ਪਰ ਉਹ ਮੇਰੀ ਆਵਾਜ਼ ਸੁਣ ਕੇ ਹੀ ਫੋਨ ਕੱਟ ਦਿੰਦੇ। ਇੰਜ ਲੱਗਦਾ ਜਿਵੇਂ ਉਹ ਮੇਤੋਂ ਜਾਨ ਛੁਡਾ ਕੇ ਪੂਰੇ ਖੁਸ਼ ਸਨ। ਮੇਰੇ ਘਰ ਦੇ ਬਰਾਬਰ ਇੱਕ ਔਰਤ ਰਹਿੰਦੀ ਸੀ। ਉਸ ਨਾਲ ਮੇਰੀ ਚੰਗੀ ਜਾਣ ਪਹਿਚਾਣ ਹੋ ਗਈ। ਅਸੀਂ ਇੱਕ ਦੂਜੇ ਦੇ ਘਰ ਵੀ ਆ ਜਾਇਆ ਕਰਦੀਆਂ ਸੀ। ਇੱਕ ਦਿਨ ਮੇਤੋਂ ਰਿਹਾ ਨਾ ਗਿਆ। ਮੈਂ ਆਪਣੇ ਸਸੁਰਾਲ ਮਨਵੀਰ ਦੀ ਖਬਰ ਲੈਣ ਪਹੁੰਚ ਗਈ, ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਪਰ ਮੈਨੂੰ ਪਤਾ ਲੱਗਿਆ ਕਿ ਇੱਕ ਹਾਦਸੇ ਵਿੱਚ ਮੇਰੇ ਸੱਸ ਸਹੁਰੇ ਤੇ ਜੇਠ ਦੀ ਮੌਤ ਹੋ ਗਈ ਸੀ। ਮੈਂ ਰੋਂਦੀ ਹੋਈ ਵਾਪਸ ਆ ਗਈ, ਪਰ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਿਲ ਦਾ ਸਮਾਂ ਲਿਆ ਦਿੱਤਾ। ਮੈਨੂੰ ਕਾਰਖਾਨੇ ਵਿੱਚ ਕੰਮ ਮਿਲਣਾ ਘਟ ਗਿਆ, ਜਿਸ ਕਰਕੇ ਪੈਸੇ ਵੀ ਘੱਟ ਮਿਲਦੇ ਸਨ। ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗ ਪਈ। ਇੱਕ ਸਮਾਂ ਅਜਿਹਾ ਆਇਆ ਕਿ ਕੰਮ ਮਿਲਣਾ ਬਿਲਕੁਲ ਬੰਦ ਹੋ ਗਿਆ। ਪਰੇਸ਼ਾਨੀ ਹੀ ਪਰੇਸ਼ਾਨੀ ਸੀ। ਅਕਸਰ ਮੇਰੀ ਗੁਆਂਢਣ ਕਹਿੰਦੀ ਕਿ ਇਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿੰਦਾ, ਕਿਉਂਕਿ ਇੱਥੇ ਇੱਕ ਲੁਟੇਰਾ ਪੁਲਿਸ ਨਾਲ ਲੜਾਈ ਕਰਦੇ ਮਾਰਿਆ ਗਿਆ ਸੀ। ਉਹ ਲੁਟੇਰਾ ਇਸ ਘਰ ਵਿੱਚ ਛੁਪਿਆ ਹੋਇਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵਹਿਮ ਹੋਣ ਲੱਗਿਆ। ਮੈਂ ਹੋਰ ਵੀ ਡਰ ਗਈ ਸੀ। ਡਰਦੇ ਡਰਦੇ ਮੈਂ ਕਈ ਦਿਨ ਗੁਜ਼ਾਰ ਦਿੱਤੇ। ਇੱਕ ਦਿਨ ਦੁਪਹਿਰ ਦਾ ਸਮਾਂ ਸੀ। ਮੇਰਾ ਬੇਟਾ ਸੋ ਰਿਹਾ ਸੀ। ਮੈਂ ਰੱਬ ਅੱਗੇ ਸਭ ਠੀਕ ਕਰਨ ਦੀ ਪ੍ਰਾਰਥਨਾ ਕਰ ਰਹੀ ਸੀ। ਹੁਣ ਤਾਂ ਬਚੇ ਹੋਏ ਪੈਸੇ ਵੀ ਖਤਮ ਹੋ ਗਏ ਸਨ। ਖਾਣ ਪੀਣ ਲਈ ਵੀ ਕੁਝ ਨਹੀਂ ਸੀ। ਮੈਂ ਵਿਹੜੇ ਵਿੱਚ ਇੱਕ ਪਾਸੇ ਥੋੜ੍ਹੀਆਂ ਬਹੁਤ ਸਬਜ਼ੀਆਂ ਉਗਾਈਆਂ ਹੋਈਆਂ ਸਨ। ਮੈਂ ਉੱਥੇ ਬੀਜੇ ਆਲੂ ਪੁੱਟਣ ਲਈ ਇੱਕ ਖੁਰਪਾ ਲੈ ਕੇ ਆਲੂ ਪੁੱਟਣ ਲੱਗੀ। ਜਦੋਂ ਮੈਂ ਖੋਦਣਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ। ਮੈਂ ਹੋਰ ਖੋਦਣਾ ਸ਼ੁਰੂ ਕੀਤਾ। ਮੈਂ ਜਲਦੀ ਮਿੱਟੀ ਖੋਦਣ ਲੱਗੀ। ਮੈਨੂੰ ਥੱਲਿਓਂ ਇੱਕ ਡੱਬਾ ਦਿਖਾਈ ਦਿੱਤਾ। ਮੈਂ ਡੱਬਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਸ ਡੱਬੇ ਵਿੱਚ ਬਹੁਤ ਸਾਰੇ ਪੈਸੇ ਤੇ ਗਹਿਣੇ ਸਨ। ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ। ਮੈਨੂੰ ਲੱਗਿਆ ਕਿ ਮੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਮੈਂ ਉਹ ਟੋਆ ਚੰਗੀ ਤਰ੍ਹਾਂ ਦਬਾ ਕੇ ਭਰ ਦਿੱਤਾ ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਮੈਂ ਹੌਲੀ-ਹੌਲੀ ਕਰਕੇ ਸਭ ਉਧਾਰ ਚੁਕਾਣੇ ਸ਼ੁਰੂ ਕਰ ਦਿੱਤੇ। ਮੈਂ ਇੱਕਦਮ ਪੈਸਾ ਬਾਹਰ ਨਹੀਂ ਕੱਢਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਮੈਂ ਸਭ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਨੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੈਂ ਇੱਕ ਇਕੱਲੀ ਮਜ਼ਦੂਰ ਔਰਤ ਸੀ। ਜੇ ਕਿਸੇ ਨੂੰ ਜਰਾ ਵੀ ਸ਼ੱਕ ਹੋ ਜਾਂਦਾ ਤਾਂ ਮੇਰੇ ਕੋਲ ਇੰਨੇ ਪੈਸੇ ਹਨ ਤਾਂ ਨਾ ਜਾਣੇ ਮੇਰੇ ਨਾਲ ਕੀ ਹੋ ਜਾਂਦਾ। ਇਸ ਲਈ ਮੈਂ ਹਮੇਸ਼ਾ ਆਪਣੀ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ। ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਕਰਦੀ। ਸ਼ਾਇਦ ਇਹ ਪੈਸਾ ਉਸ ਲੁਟੇਰੇ ਨੇ ਹੀ ਦੱਬੇ ਹੋਣਗੇ ਜੋ ਪੁਲਿਸ ਦੁਆਰਾ ਇਸ ਘਰ ਵਿੱਚ ਮਾਰਿਆ ਗਿਆ ਸੀ। ਫਿਰ ਇੱਕ ਦਿਨ ਗੁਆਂਢ ਤੋਂ ਇੱਕ ਔਰਤ ਮੇਰੇ ਘਰ ਆਈ। ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ। ਤਾਂ ਮੈਂ ਕਿਹਾ ਚੰਗਾ ਚੱਲ ਰਿਹਾ ਹੈ, ਬਸ ਰੋਟੀ ਪਾਣੀ ਚੱਲੀ ਜਾਂਦਾ। ਉਹ ਕਹਿਣ ਲੱਗੀ ਕਿ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ, ਮੈਂ ਤੈਨੂੰ ਇੱਕ ਚੰਗੀ ਜਗ੍ਹਾ 'ਤੇ ਕੰਮ ਲਵਾ ਸਕਦੀ ਹਾਂ। ਤੂੰ ਸੋਹਣੀ ਵੀ ਹੈ, ਕੰਮ ਛੇਤੀ ਮਿਲ ਜਾਵੇਗਾ। ਮੈਂ ਹੈਰਾਨ ਹੋ ਕੇ ਪੁੱਛਿਆ, ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ? ਉਹ ਕਹਿਣ ਲੱਗੀ ਇੱਕ ਕੋਠੀ ਹੈ, ਉਸ ਦੇ ਮਾਲਕ ਨੂੰ ਖੂਬਸੂਰਤ ਕੁੜੀ ਦੀ ਜ਼ਰੂਰਤ ਆ, ਬਹੁਤ ਪੈਸਾ ਮਿਲੇਗਾ। ਸਮਝ ਰਹੀ ਹੈ ਮੇਰੀ ਗੱਲ? ਆਪਣੀ ਸੁੰਦਰਤਾ ਦਾ ਫਾਇਦਾ ਉਠਾ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈਂ ਉਸ ਦੇ ਮੂੰਹ 'ਤੇ ਥੱਪੜ ਜੜ ਦੇਵਾਂ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਉਸ ਨੂੰ ਕਿਹਾ ਮੇਰੇ ਘਰੋਂ ਬਾਹਰ ਹੋ ਜਾ, ਦੁਬਾਰਾ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ। ਉਸ ਦੇ ਜਾਣ ਤੋਂ ਬਾਅਦ ਮੈਂ ਫੁੱਟ ਕੇ ਰੋਣ ਲੱਗੀ। ਮੇਰਾ ਕੋਈ ਸਹਾਰਾ ਨਹੀਂ ਸੀ। ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆ ਰਹੀ ਸੀ। ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਦਰਵਾਜ਼ਾ ਖੜਕਿਆ। ਮੈਂ ਡਰ ਗਈ। ਇਸ ਸਮੇਂ ਕੌਣ ਹੋ ਸਕਦਾ? ਮੈਂ ਡਰਦੇ ਪੁੱਛਿਆ, ਕੌਣ ਆ?
ਪਰ ਇੱਕ ਮਰਦ ਦੀ ਆਵਾਜ਼ ਆਈ। ਇਹ ਤਾਂ ਮੇਰਾ ਮਕਾਨ ਮਾਲਕ ਸੀ। ਕਹਿਣ ਲੱਗਿਆ, ਮੇਰੀ ਪਤਨੀ ਦੀ ਤਬੀਅਤ ਖਰਾਬ ਆ, ਮੇਰੀ ਮਦਦ ਕਰ ਦੇ। ਮੈਨੂੰ ਲੱਗਿਆ ਕਿ ਮੈਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਇਸ ਲਈ ਮੈਂ ਬਿਨਾਂ ਜ਼ਿਆਦਾ ਸੋਚੇ ਸਮਝੇ ਦਰਵਾਜ਼ਾ ਖੋਲ੍ਹ ਦਿੱਤਾ। ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਉਸਨੇ ਮੂੰਹ 'ਤੇ ਹੱਥ ਰੱਖ ਲਿਆ, ਅੰਦਰ ਵੱਲ ਧੱਕ ਦਿੱਤਾ। ਉਹ ਮੈਨੂੰ ਗਲਤ ਗੱਲਾਂ ਬੋਲਣ ਲੱਗਿਆ। ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਛੁੱਟਣ ਦੀ ਵੀ ਕੋਸ਼ਿਸ਼ ਕੀਤੀ, ਆਪਣਾ ਪੂਰਾ ਜ਼ੋਰ ਲਾ ਕੇ ਉਸਨੂੰ ਧੱਕਾ ਦਿੱਤਾ। ਉਹ ਥੱਲੇ ਡਿੱਗ ਗਿਆ ਤੇ ਇੰਨੇ ਵਿੱਚ ਮੈਂ ਕੋਲ ਪਿਆ ਡੰਡਾ ਚੁੱਕ ਕੇ ਉਸਦੇ ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸੰਭਾਲਦਾ ਮੈਂ ਆਪਣੇ ਬੇਟੇ ਤੇ ਉਸ ਡੱਬੇ ਨੂੰ ਲੈ ਕੇ ਉੱਥੋਂ ਭੱਜ ਆਈ। ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ। ਬਸ ਭੱਜਦੀ ਜਾ ਰਹੀ ਸੀ। ਕੁਝ ਸਮਾਂ ਤਾਂ ਉਹ ਮੇਰੇ ਪਿੱਛੇ ਆ ਰਿਹਾ ਸੀ, ਪਰ ਸ਼ਾਇਦ ਵਾਪਸ ਮੁੜ ਗਿਆ। ਮੈਂ ਚੌੜੀ ਸੜਕ 'ਤੇ ਪਹੁੰਚ ਗਈ। ਮੇਰਾ ਵੀ ਸਾਹ ਚੜ੍ਹ ਗਿਆ ਸੀ। ਹੁਣ ਮੈਂ ਆਪਣੇ ਬੇਟੇ ਤੇ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ। ਇਸ ਲਈ ਉੱਥੇ ਹੀ ਬੈਠ ਗਈ। ਪਰ ਮੈਂ ਬਹੁਤ ਡਰ ਗਈ ਸੀ। ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ। ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਿਲ ਹੋ ਗਈ ਸੀ। ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਮੇਰੇ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ। ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ। ਜਦੋਂ ਮੁੜ ਕੇ ਦੇਖਿਆ, ਇਹ ਤਾਂ ਮੇਰਾ ਪਤੀ ਮਨਵੀਰ ਸੀ। ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ, ਮੇਰਾ ਪਤੀ ਮੇਰੇ ਸਾਹਮਣੇ ਸੀ। ਉਸ ਵੀ ਇਸ ਜ਼ਿੰਦਗੀ ਦੇ ਇਸ ਮੋੜ 'ਤੇ ਜਦੋਂ ਹਰ ਪਾਸਿਓਂ ਹਾਰ ਚੁੱਕੀ ਸੀ। ਮਨਵੀਰ ਨੇ ਮੈਨੂੰ ਚੁੱਪ ਕਰਾਇਆ, ਮੈਨੂੰ ਤੇ ਮੇਰੇ ਬੇਟੇ ਨੂੰ ਗਲੇ ਲਗਾ ਲਿਆ। ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਏ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜਿਨ੍ਹਾਂ ਰਾਹੀਂ ਅਮਰੀਕਾ ਜਾ ਰਿਹਾ ਸੀ, ਉਹ ਗਲਤ ਲੋਕ ਸਨ। ਉਹਨਾਂ ਨੇ ਮੇਰੇ ਪਤੀ 'ਤੇ ਬਹੁਤ ਜ਼ੁਲਮ ਕੀਤੇ ਤੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸਨ। ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆਏ, ਪਰ ਜਦੋਂ ਘਰ ਗਏ ਤਾਂ ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ। ਮੁਲਾਕਾਤ ਹੋਈ ਤਾਂ ਇਸ ਹਾਲ ਵਿੱਚ। ਪਰ ਮੈਂ ਰੱਬ ਦਾ ਹਰ ਵੇਲੇ ਧੰਨਵਾਦ ਕਰਦੀ ਹਾਂ। ਮਨਵੀਰ ਨੇ ਡੱਬੇ ਵਾਲੇ ਪੈਸਿਆਂ ਨਾਲ ਕੰਮ ਸ਼ੁਰੂ ਕੀਤਾ, ਜੋ ਚੰਗਾ ਚੱਲ ਪਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੈਂ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ। ਦੋਸਤੋ, ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ।